बिछड़े कीर्त करम के बिछड़े बिछड़े कर कृपा मेलो प्यारी साध संगत जी, ਅਸੀਂ जिस टॉपिक ਨੂੰ समझ रहे ਹਾਂ, इस टॉपिक ਵਿੱਚ पहला साडा पड़ाव है किरत करो, दूसरा पड़ाव है नाम जपो, तीसरा पड़ाव है वंड छको। इन्हां दे असी गुरबाणी चों भावार्थ समझ रहे हैं। सारी दुनिया कोई बिजनेस या नौकरी, कोई वणज विहार करके कमाइयां नूं किरत करना समझदी है अते रब जी का एक नाम रख के उस नाम नूं बोल लैण नाल नाम जपो समझदी है अते किसी नूं कोई रोटी खवा दिओ या किसी नाल कुछ शेयरिंग कर लवो, इसनूं वंड छकना समझदी है। यह है मोटे मोटे 3 असूल। जदों असी गुरमत की गल करते हैं तो असी कहते हैं गुरु नानक के घर के 3 असूल हैं। अज असी इन्हां 3 असूलों नूं कल का जदों का टॉपिक शुरू होया असी समझण का यतन कर रहे हैं किरत किसनूं कहते हैं। मैं विछड़िया होया हाँ, किरत करम के विछड़े कर कृपा मिलो राम। मैं अपनी कोई ऐसी किरत, ऐसा कोई काम ठीक नहीं किया जिदे कारण मैं तुहाडे तो विछड़िया होया हाँ। मीनस दद्दा दोष न देव किसै दोष, कर्मा अपनिया जो मैं किया सो मैं पाया, दोष न दीजै अवर जना। असी नेड़े रह के भी एक दूजे दे सक्के नहीं होंदे हाँ, साडे सुभाअ च किधरे गड़बड़ होती है। अते असी दूर रह के भी किसी दे प्यारे हो जाते हाँ,
ਸਾਡੇ ਸੁਭਾਅ ਦਾ ਭਾਖਿਆ ਪਾਉ ਅਪਾਰ ਦਾ ਸਪਿਰਿਚੁਅਲ ਪੱਖ। ਭਾਵੇਂ ਅਸੀਂ ਨੌਕਰੀ ਕਰਦੇ ਹਾਂ, ਬਿਜ਼ਨਸ ਕਰਦੇ ਹਾਂ, ਜਾਂ ਅਸੀਂ ਆਪਣੀ ਸੁਸਾਇਟੀ 'ਚ ਮੂਵ ਕਰਦੇ ਹਾਂ, ਦੁਨੀਆ 'ਚ ਜਿੱਥੇ ਵੀ ਜਾਂਦੇ ਹਾਂ, ਸਾਡੀ ਜੇਕਰ ਸ਼ਖਸੀਅਤ ਵਿੱਚ ਮੈਂ ਜੇਕਰ ਆਪਣੇ ਰੱਬ ਜੀ ਦੇ ਨਾਲ ਅੰਦਰੋਂ ਮਿਲਿਆ ਹੋਇਆ ਹਾਂ ਤਾਂ ਮੈਂ ਆਪਣੇ ਆਪ ਨੂੰ ਪਿਆਰ ਕਰਾਂਗਾ, ਕਿਉਂਕਿ ਮੇਰੇ ਅੰਦਰ ਰੱਬ ਜੀ ਰਹਿੰਦੇ ਨੇ। ਅਤੇ ਜੇ ਮੈਂ ਆਪਣੇ ਅੰਦਰ ਦੇ ਰੱਬ ਜੀ ਨਾਲ ਮਿਲਿਆ ਨਹੀਂ ਹੋਇਆ ਹਾਂ, ਮੈਂ ਆਪਣੇ ਆਪ ਤੋਂ ਵਿਛੜਿਆ ਹੋਇਆ ਹਾਂ। ਜੇ ਮੈਂ ਆਪਣੇ ਰੱਬ ਜੀ ਤੋਂ ਵਿਛੜਿਆ ਹਾਂ, ਆਪਣੇ ਆਪ ਤੋਂ ਵਿਛੜਿਆ ਹਾਂ, ਮੇਰੀ ਲੋਕਾਂ ਨਾਲ ਹਾਰਮਨੀ ਨਹੀਂ ਬਣ ਸਕਦੀ। ਮੇਰੀ ਲੋਕਾਂ ਨਾਲ ਕੀ, ਮੇਰਾ ਆਪਣੇ ਅੱਖ ਨੱਕ ਕੰਨ ਨੂੰ ਕਾਬੂ ਕਰਕੇ ਵੀ ਮੇਰੀ ਬਾਡੀ ਮੇਰੀ ਬੈਲੈਂਸ ਨਹੀਂ ਹੈ। ਜੋ ਮੇਰੇ ਕੰਨ ਸੁਣਦੇ ਹਨ, ਮੇਰੀਆਂ ਅੱਖਾਂ ਨਹੀਂ ਮੰਨਦੀਆਂ। ਜੋ ਮੇਰੀਆਂ ਅੱਖਾਂ ਤੱਕਦੀਆਂ ਹਨ, ਉਹ ਮੇਰੇ ਪੈਰ ਨਹੀਂ ਮੰਨਦੇ ਨੇ। ਇਸ ਤਰੀਕੇ ਦੇ ਨਾਲ ਸਾਡਾ ਮਨ ਤਨ ਭੰਗ ਹੋ ਜਾਂਦਾ ਹੈ। ਸਾਡਾ ਮਨ ਤਨ ਭੰਗ ਹੋਇਆ ਹੈ। ਮਾਨੋ ਮੈਂ ਆਪਣੇ ਆਪ ਨਾਲ ਪਿਆਰ ਨਹੀਂ ਕਰਦਾ, ਤਾਂ ਮੈਂ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਨਹੀਂ ਬਣ ਸਕਦਾ। ਸਾਡੀ ਵੈਬਸਾਈਟ ਹੈ thelivingtrayer.org, ਜਾਂ ਸਾਡੀਆਂ ਜਿਹੜੀਆਂ ਪੁਸਤਕਾਂ ਨੇ ਉਹਨਾਂ ਵਿੱਚ ਅਸੀਂ ਡਿਸਕਸ ਕੀਤਾ ਸਭਨਾ ਦਾ ਪਿਆਰਾ ਬਣਨ ਦੇ ਨੁਕਤੇ। ਫਾਈਨਲੀ ਅਸੀਂ ਇੱਥੇ ਹੀ ਲੈਂਡ ਕਰਾਂਗੇ ਕਿ ਸਭਨਾ ਦਾ ਪਿਆਰਾ ਮੀਨਸ ਸਾਰੀ ਦੁਨੀਆ ਨੂੰ ਆਪਣੇ ਕਲਾਵੇ 'ਚ ਲੈਣ ਵਾਸਤੇ, ਆਪਣੀ ਆਗੋਸ਼ ਵਿੱਚ ਲੈਣ ਵਾਸਤੇ ਸਾਨੂੰ ਜੀਵਨ ਜਾਚ ਸਿੱਖਣੀ ਪੈਂਦੀ ਹੈ, ਜਿਸ ਨੂੰ ਕਹਿੰਦੇ ਨੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਕਉ ਨਾਨਕ ਬਾਹ ਲੁਡਾਈ ਹੈ। ਫਿਰ ਸਾਡੀ ਮਨ ਦੀਆਂ ਬਾਹਾਂ ਦੀ ਜੱਫੀ ਵੱਡੀ ਹੋ ਜਾਂਦੀ ਹੈ, ਜਿਹਦੇ ਵਿੱਚ ਪੂਰੀ ਦੁਨੀਆ ਸਮਾ ਸਕਦੀ ਹੈ। ਸਾਨੂੰ ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨਿਆਈ ਦੀ ਜਾਚ ਸਮਝ ਆ ਜਾਂਦੀ ਹੈ। ਜਦੋਂ ਮੇਰੀ ਸਾਰਿਆਂ ਨਾਲ ਬਣ ਆਵੇ ਤਾਂ ਸਤਿਗੁਰ ਦੇ ਬਾਰੇ ਹੀ ਕਹਿੰਦੇ ਨੇ, ਨਾਨਕ ਸਤਿਗੁਰ ਐਸਾ ਜਾਣੀ ਉਹ ਸਭ ਸੇ ਲੈ ਮਿਲਾਏ, ਜੋ ਸਾਰਿਆਂ ਨਾਲ ਮੈਨੂੰ ਮਿਲਾ ਲੈਂਦਾ ਹੈ। ਮੇਰੇ ਇੰਦਰੀ ਗਿਆਨ ਇੰਦਰੀ ਵੀ ਕਾਬੂ ਆ ਜਾਂਦੇ ਨੇ, ਮੇਰਾ ਮਨ, ਮੇਰੇ ਸੁਰਤ ਮਤ ਬੁੱਧ ਵੀ ਸਾਰੇ ਕਾਬੂ ਆ ਜਾਂਦੇ ਨੇ, ਅਤੇ ਦੁਨੀਆ ਵਿੱਚ ਮੈਨੂੰ ਨਾ ਕੋ ਬੈਰੀ ਨਹੀਂ ਬਿਗਾਨਾ ਸਾਰੇ ਲੱਗਦੇ ਨੇ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਏ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਏ। ਮੇਰੀ ਸਭ ਨਾਲ ਬਣਨੀ ਸ਼ੁਰੂ ਹੋ ਜਾਂਦੀ ਹੈ, ਮੈਂ ਕਿਸੇ ਨੂੰ ਮੰਦਾ ਵੀ ਨਹੀਂ ਕਹਿੰਦਾ। ਮੇਰੀ ਤੇਰ ਮੇਰ ਨਹੀਂ ਰਹਿੰਦੀ ਹੈ, ਕਿਉਂਕਿ ਮੈਨੂੰ ਸਮਝ ਆ ਰਿਹਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ। These are the signs, ਇਹ ਚਿੰਨ੍ਹ ਨੇ, ਇਹ ਨਿਸ਼ਾਨ ਨੇ ਰੱਬ ਜੀ ਦੇ ਦੇਸ਼ ਦੇ ਜਾਣ ਦੇ, ਮਾਈਲਸਟੋਨਸ ਨੇ। ਇਹਨਾਂ ਨਿਸ਼ਾਨਾਂ ਨੂੰ, ਹਾਰਮੋਨੀਅਸ ਲਾਈਫ ਦੇ ਨਿਸ਼ਾਨਾਂ ਨੂੰ ਜਦੋਂ ਕੋਈ ਸਮਝ ਆਉਂਦਾ, ਇਹਨੂੰ ਕਹਿੰਦੇ ਨੇ ਗਾਵੇ ਕੋ ਦਾਤ ਜਾਣੇ ਨਿਸ਼ਾਨ। ਜਿਸ ਜਿਸ ਗੱਲ ਦੇ ਨਾਲ ਮੇਰੀ ਸਾਰਿਆਂ ਨਾਲ ਬਣ ਆਉਂਦੀ ਹੈ, ਉਹ ਰੱਬ ਜੀ ਦਾ ਨਾਮ ਹੈ। ਜਿਸ ਜਿਸ ਅਕਲ ਦੇ ਨਾਲ, ਜਿਸ ਜਿਸ ਚੰਗੇ ਚੰਗੇ ਵਰਚੂਜ਼ ਦੇ ਮਾਈਲਸਟੋਨਸ ਨੂੰ ਫੋਲੋ ਕਰਕੇ ਮੇਰੀ ਸਾਰਿਆਂ ਨਾਲ ਹਾਰਮੋਨੀਅਸ ਲਾਈਫ ਬਣਦੀ ਹੈ, ਮੈਂ ਡਾਈਵਰਸਿਟੀ ਵਿੱਚ ਵੀ ਲੋਕਾਂ ਨੂੰ ਡੇਅਰ ਕਰ ਸਕਦਾ ਹਾਂ। ਭਾਵੇਂ ਕੋਈ ਅਮੀਰ ਹੋਵੇ, ਭਾਵੇਂ ਗਰੀਬ ਹੋਵੇ, ਭਾਵੇਂ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਏਥਿਸਟ ਹੋਵੇ, ਕਮਿਊਨਿਸਟ ਹੋਵੇ, ਤਰਕਸ਼ੀਲ ਹੋਵੇ, ਜੋ ਮਰਜ਼ੀ ਹੋਵੇ, ਮੈਨੂੰ ਉਹਦੇ 'ਤੇ ਨਫ਼ਰਤ ਨਾ ਆਵੇ। ਸਤਿਗੁਰ ਦੀਆਂ ਅੱਖਾਂ ਨਾਲ ਮੈਂ ਦੇਖ ਸਕਾਂ, ਇਹ ਰੱਬ ਜੀ ਦੇ ਮਿਲਣ ਦੀ ਅਵਸਥਾ ਕਹਿਲਾਉਂਦੀ ਹੈ। ਸੇਵਾ ਕਰੇ ਸੋ ਚਾਕਰ ਹੋਏ, ਮੈਂ ਰੱਬ ਜੀ ਦਾ ਚਾਕਰ ਬਣਨਾ ਚਾਹੁੰਦਾ। ਮੈਂ ਜੇਕਰ ਆਪਣੇ ਤਨ ਦੀ ਸਹੀ ਮਾਇਨੇ ਵਿੱਚ ਸਤਿਗੁਰ ਦੀ ਮੱਤ ਨਾਲ ਸੇਵਾ ਕਰ ਸਕਾਂ, ਔਰ ਸਾਰਿਆਂ ਦੇ ਨਾਲ ਵੀ ਮੈਂ ਮਿਲ ਵਰਤ ਕੇ ਸਿੱਖਾਂ, ਜੋ ਸਾਡਾ ਲੰਗਰ ਦਾ ਭਾਵ ਹੈ, ਤਾਂ ਸਹੀ ਮਾਇਨੇ ਵਿੱਚ ਮੈਂ ਸਾਰੀ ਦੁਨੀਆ ਨਾਲ ਵੰਡ ਛਕਣਾ ਸਿੱਖ ਜਾਵਾਂਗਾ, ਔਰ ਮੈਂ ਸਹੀ ਚਾਕਰ ਬਣ ਜਾਵਾਂਗਾ। ਅੱਜ ਕਹਿ ਰਹੇ ਨੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਿਰਪਾ ਦਾ ਮਤਲਬ ਮਨੂੰ ਸੁਮਤ ਬਖਸ਼ੋ। ਲੋਕੀ ਸਮਝਦੇ ਹਨ ਰੱਬ ਜੀ ਕਿਰਪਾ ਕਰਨਗੇ ਤਾਂ ਮੈਂ ਸਿੱਧੇ ਰਾਹ ਪਾਵਾਂਗਾ। ਗੁਰਬਾਣੀ ਕਹਿੰਦੀ ਹੈ ਤੂੰ ਰੱਬ ਜੀ ਦੀ ਕਿਰਪਾ, ਗੁਰਪ੍ਰਸਾਦ, ਗ੍ਰੇਸ, ਬਖਸ਼ਿਸ਼, ਕਰਮ ਆਲਰੇਡੀ ਹੋ ਰਹੀ ਹੈ, ਉਹਦੀ ਬਾਰਿਸ਼ ਹੋ ਰਹੀ ਹੈ। ਤੂੰ ਸਿਰਫ ਆਪਣਾ ਭਾਂਡਾ ਸਿੱਧਾ ਕਰ।
ਜੇ ਗੱਲ ਸਮਝ ਨਹੀਂ ਆਉਂਦੀ ਤੇ ਅਸੀਂ ਕਰਕੇ ਦੇਖ ਸਕਦੇ ਹਾਂ। ਜਦੋਂ ਸਾਡੇ ਘਰ ਦੇ ਬਾਹਰ ਬਾਰਿਸ਼ ਲੱਗੀ ਹੋਵੇ, ਤੁਸੀਂ ਉੱਥੇ ਇੱਕ ਭਾਂਡਾ ਪੁੱਠਾ ਰੱਖਣਾ ਔਰ ਬਾਰਿਸ਼ ਖਤਮ ਹੋਣ ਤੇ ਦੇਖਣਾ ਕਿ ਭਾਂਡੇ ਦੇ ਅੰਦਰ ਇੱਕ ਵੀ ਬੂੰਦ ਨਹੀਂ ਪਈ। ਪਰ ਜੇ ਤੁਸੀਂ ਨਾਲ ਇੱਕ ਭਾਂਡਾ ਦੂਜਾ ਸਿੱਧਾ ਰੱਖੋ, ਉਹ ਭਰ ਜਾਏਗਾ। ਇਹਦਾ ਮਤਲਬ ਮੈਨੂੰ ਮੇਰਾ ਭਾਂਡਾ ਸਿੱਧਾ ਕਰਨਾ ਪਏਗਾ। ਪਰ ਮੈਂ ਸਿੱਧਾ ਕੀ ਕਰਨਾ ਹੈ? ਜੇ ਮੈਂ ਸਿੱਧਾ ਕਰਨ ਵਾਲੇ ਪਾਸੇ ਆਂਦਾ ਹੀ ਨਹੀਂ ਆ, ਪੁੱਠਾ ਪਾਉਂਦਾ, ਉਹਦੇ ਭਾਂਡੇ ਕੱਚ ਨਾ ਸਮਾਵੇ, ਉਹਦਾ ਭਾਂਡਾ ਇਜ਼ ਆਲਮੋਸਟ ਇਕੁਅਲ ਟੂ ਗੰਦਾ ਭਾਂਡਾ। ਇਸ ਕਰਕੇ ਮੈਨੂੰ ਕਹਿੰਦੇ ਨੇ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੂਧੇ ਕੋ ਜਾਵੋ। ਸੋ ਮੈਨੂੰ ਇਹ ਸਮਝ ਆਈ ਕਿ ਮੈਨੂੰ ਨਾ ਮੇਰਾ ਭਾਂਡਾ ਧੋਣਾ ਚਾਹੀਦਾ, ਸਾਫ਼ ਕਰਨਾ ਚਾਹੀਦਾ। ਸਾਫ਼ ਕਰਾਂਗਾ, ਇਹਦੇ ਵਿੱਚ ਵਸਤ ਪਏਗੀ ਰੱਬ ਜੀ ਦਾ ਨਾਮ। ਰੱਬ ਜੀ ਦਾ ਨਾਮ ਮੀਨਸ ਰੱਬ ਜੀ। ਮੇਰਾ ਮਨ ਮੈਲਾ ਹੈ, ਮੈਲੇ ਮਨ ਦੇ ਡਰਾਇੰਗ ਰੂਮ ਵਿੱਚ ਰੱਬ ਜੀ ਗੈਸਟ ਆਉਂਦੇ ਨਹੀਂ ਨੇ। ਸਾਡੇ ਘਰ ਵਿੱਚ ਜਦੋਂ ਵੀ ਕੋਈ ਮਹਿਮਾਨ ਆਏ, ਅਸੀਂ ਡਰਾਇੰਗ ਰੂਮ ਸਾਫ਼ ਕਰਦੇ ਹਾਂ, ਮਹਿਮਾਨ ਆਏਗਾ। ਪਰ ਮੈਂ ਆਪਣੇ ਮਨ ਦਾ ਡਰਾਇੰਗ ਰੂਮ ਸਾਫ਼ ਨਹੀਂ ਕੀਤਾ ਹੈ। ਉਸ ਨੂੰ ਸਾਫ਼ ਕਰਨ ਵਾਸਤੇ ਮੈਂ ਰੋਜ਼ ਸਵੇਰੇ ਜਪਜੀ ਸਾਹਿਬ ਵਿੱਚ ਪੁੱਛਦਾ ਹਾਂ, ਕਿਉਂ ਸਚਿਆਰਾ ਹੋਈਐ, ਕਿਉਂ ਸਚਿਆਰਾ सचियारा होइए, किव सचियारा, किव सचियारा, किव सचियारा होइए। मैं रोज सवेरे जपजी साहब करन वेले सोचा कि मैं इस अवस्था च हाँ, मैं अपना कूड़ अपना भांडा साफ करना चाहता हाँ। ਉਹਦੇ ਨਾਲ ਮੇਰਾ ਰੱਬ ਜੀ ਨਾਲ ਮਿਲਣ ਹੋ ਸਕਦਾ। ਜੇ ਮੈਂ ਭਾਂਡਾ ਸਾਫ਼ ਕਰ ਲਾਂ, ਕੂੜ ਦੀ ਪਾਲ ਵਿੱਚੋਂ ਹਟਾ ਲਵਾਂ, ਉਸ ਨੂੰ ਇਰੇਜ਼ ਕਰ ਲਵਾਂ, ਉਸ ਨੂੰ ਓਮਿਟ ਕਰ ਲਵਾਂ, ਆਪਣੇ ਅਵਗੁਣ ਸਾਫ਼ ਕਰ ਲਾਂ। ਮੇਰੇ ਅਵਗੁਣ ਇਜ਼ ਕਾਲਡ ਮਾਈ ਈਗੋ, ਇਜ਼ ਕਾਲਡ ਮਾਈ ਹਉਮੈ। ਔਰ ਮੈਂ ਜੇ ਆਪਣੇ ਅਵਗੁਣ ਸਾਫ਼ ਕਰ ਸਕਾਂ, ਜਿਨ੍ਹਾਂ ਲੋਕਾਂ ਨੇ ਸਰੀਰਕ ਜਨਮ ਨੂੰ ਨਿੰਦਿਆ, ਉਹ ਲੋਕੀ ਕਹਿੰਦੇ ਨੇ ਮੁੜ ਕੇ ਸਰੀਰਕ ਜਨਮ ਹੋਣਾ ਵੀ ਨਹੀਂ ਚਾਹੀਦਾ। ਲੇਕਿਨ ਗੁਰੂ ਸਾਹਿਬ ਕਹਿੰਦੇ ਨੇ ਜੇ ਸਰੀਰਕ ਜਨਮ ਨਹੀਂ ਹੋਏਗਾ ਤਾਂ ਤੂੰ ਮਿਲੇਗਾ ਕਿਸ ਤਰ੍ਹਾਂ? ਇਹਦਾ ਮਤਲਬ ਇਹ ਵੀ ਹੋਇਆ ਕਿ ਜੇਕਰ ਹਉਮੈ ਹੈ ਤਾਂ ਚਾਂਸਿਸ ਹਨ ਕਿ ਤੂੰ ਛੁੱਟ ਵੀ ਸਕਦਾ। ਹਉਮੈ ਦੀਰਘ ਰੋਗ ਹੈ। दारू भी इसमाए, मैनू बड़ी हौमे है, मैं बड़ा पैसे वाला हाँ, मैं उच्ची जात वाला हाँ, मैं बड़े तीरथ वर्त नेम करता हाँ, मैं बड़ा धर्मी हाँ, मैं उच्च जात दा हाँ, मैं बड़ा शरीफ हाँ। ये तो मेरी हौमे है। लेकिन हौमे दीरघ रोग है। दारू भी इसमाए, ये एक दारू है कि मैं जी मैं करदा ना, मैं बड़ा हाँ, इसनू ट्रांसफॉर्म करिए। मैं गुरु का सिख हाँ, मैं दाज नहीं लेना। नाओ ए हौमे गई। मैं गुरु का सिख हाँ, मैं शराब नहीं पींदा। मैं गुरु का सिख हाँ, मैं रोमा दी बेदबी नहीं करदा। मैं गुरु का सिख हाँ, मैं इस जबान नाल बाणी पढ़दा हाँ, मैं किसी नूं गाल नहीं कड्डांगा। साडे कोल जितना गुरु इतिहास है, वो पूरे गुरु इतिहास विच गुरु साहब सानू मिठ बोलड़ेपन दी, नम्रता दी जाच सिखांदे ने। इतिहास चों असीं लवांगे। लेकिन साध संगत जी, साडी ना एक पुस्तक है 100 अखाण गुरबाणी विच जिहड़े आए ने, वो अगली पुस्तक भी छप रही है। पर फिलहाल असीं एक पुस्तक लिखी, उहदे विच गुरबाणी दे अखाण असीं एक उहदे विच समझण दा यतन कीता। रीठड़ियां दा प्रसाद मिलना। रीठड़ियां दा प्रसाद की हुंदा है? रीठे कौड़े हुंदे ने। मैं एक मिस्टर ए कोल गया और मैं सोचिया कि मेरे नाल चंगा बिहेव करेगा, मेरे नाल मिठा बोलेगा, पर उसने मैनूं गालां कड्डियां। मेरा किसी जगह रिश्ता होंदा है, उत्थे जदों मेरा वाह पैंदा है तो गालां कड्डियां गईयां।
या ਜਿਹੜੇ ਮੈਨੂੰ ਸਮਝਦੇ ਸੀ ਬੜਾ ਧਰਮੀ ਆ ਉਹ ਮੇਰੇ ਨੇੜੇ ਆਏ, ਮੈਂ ਗਾਲਾਂ ਕੱਢੀਆਂ, ਮਿਸਬਿਹੇਵ ਕੀਤਾ। ਇਹਨੂੰ ਕਹਿੰਦੇ ਨੇ ਗਏ ਸਾਂ ਇਹ ਸੋਚ ਕੇ ਕਿ ਉੱਥੋਂ ਚੰਗਾ ਬਿਹੇਵੀਅਰ ਮਿਲੇਗਾ, ਪਰ ਅੱਗੋਂ ਰੀਠੜਿਆਂ ਦਾ ਪ੍ਰਸ਼ਾਦ ਮਿਲਿਆ। ਇਤਿਹਾਸ ਵਿੱਚ ਅਸੀਂ ਸੁਣਦੇ ਹਾਂ ਗੁਰੂ ਨਾਨਕ ਸਾਹਿਬ ਦੇ ਛੋਹ ਨਾਲ ਰੀਠੇ ਮਿੱਠੇ ਹੋ ਗਏ। ਹੁਣ ਸਾਧ ਸੰਗਤ ਜੀ, ਜਿਤਨਾ ਇਤਿਹਾਸ ਹੈ, ਅਸੀਂ ਇਤਿਹਾਸ ਤੋਂ ਕਿਸੇ ਵੀ ਗੱਲ ਨੂੰ ਕੰਡੈਮ ਨਹੀਂ ਕਰ ਸਕਦੇ, ਕ੍ਰਿਟੀਸਾਈਜ਼ ਨਹੀਂ ਕਰ ਸਕਦੇ, ਪਰ ਉਹਨਾਂ ਪ੍ਰਤੀਕਾਂ ਚੋਂ ਅਸੀਂ ਅੱਜ ਆਪਣੀ ਜੀਵਨ ਜਾਂਚ ਲੱਭ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੇ ਤੁਹਾਡੀ ਛੋਹ ਦੇ ਨਾਲ ਰੀਠੇ ਮਿੱਠੇ ਹੋ ਜਾਂਦੇ ਹਨ। ਮੈਂ ਤੇ ਇਤਿਹਾਸ ਜਦੋਂ ਵਾਪਰਿਆ ਉਸ ਵੇਲੇ ਨਹੀਂ ਸੀ, ਪਰ ਅੱਜ ਮੈਂ ਤੁਹਾਡੇ ਕੋਲ ਇਹ ਸਿੱਖ ਰਿਹਾ ਕਿ ਗੁਰੂ ਨਾਨਕ ਸਾਹਿਬ ਤੁਹਾਡੀ ਬਾਣੀ ਪੜ੍ਹ ਕੇ ਮੇਰੇ ਕੌੜੇ ਬੋਲ ਬੋਲਣ ਵਾਲੇ ਵੀ ਰੀਠੇ ਮਿੱਠੇ ਕਰ ਦਿਓ। ਮੀਠੇ ਹਰ ਗੁਣ ਗਾਓ ਜਿੰਦੂ ਤੂੰ। ਮਿੱਠੇ ਬੋਲ ਸਿੱਖ ਗਏ। ਸੋ ਇਸ ਤਰੀਕੇ ਦੇ ਨਾਲ ਜਦੋਂ ਮੈਂ ਰੱਬ ਜੀ ਦੇ ਗੁਣਾਂ ਨੂੰ ਸਿੱਖਦਾ ਹਾਂ ਤਾਂ ਮੇਰੇ ਅੰਗ ਸਾਰੇ ਫਿਕਸਅਪ ਹੁੰਦੇ ਜਾਂਦੇ ਨੇ ਔਰ ਮੇਰੀ ਕਿਰਤ ਠੀਕ ਹੁੰਦੀ ਜਾਂਦੀ ਹੈ। ਜੇ ਮੈਂ ਬੁਰੇ ਬੋਲ ਬੋਲਦਾ, ਉਹਨੂੰ ਕਹਿੰਦੇ ਨੇ ਟੂਟ ਪ੍ਰੀਤ ਗਈ ਬੁਰ ਬੋਲ, ਬੋਲੀ ਮੈਂ ਮਨੁੱਖਾਂ ਨਾਲ ਭੈੜੇ ਬੋਲ ਬੋਲੇ ਹਨ, ਪਰ ਦਰਅਸਲ ਮੇਰੀ ਰੱਬ ਜੀ ਨਾਲ ਪ੍ਰੀਤ ਟੁੱਟ ਗਈ, ਕਿਉਂਕਿ ਜੋ ਮਨੁੱਖ ਦੇ ਅੰਦਰ, ਮੇਰੇ ਅੰਦਰ ਜੋ ਰੱਬ ਜੀ ਵਸਦੇ ਨੇ, ਉਹ ਦੂਜੇ ਮਨੁੱਖਾਂ ਅੰਦਰ ਹੀ ਵਸਦੇ ਨੇ। ਜੇ ਮੈਂ ਉਹਦੇ ਅੰਦਰ ਰੱਬ ਨਹੀਂ ਦੇਖਦਾ, ਮੀਨਸ ਕਿ ਮੈਂ ਆਪਣੇ ਅੰਦਰ ਵੀ ਰੱਬ ਨੂੰ ਐਬਸੈਂਟ ਕਰਦਾ ਹਾਂ, ਤਾਂ ਹੀ ਮੈਂ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਹੁੰਦਾ ਹੈ। ਤੇ ਫਿੱਕੇ ਨੂੰ ਦਰਗਾਹ ਤੋਂ ਫਟਕਾਰ ਪੈਂਦੀ ਹੈ, ਮਰਨ ਤੋਂ ਬਾਅਦ ਨਹੀਂ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੁੱਟੀਏ ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਏ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਪੈ। 68 ਤੀਰਥ ਜੇ ਨਾਵੇ ਉਤਰੇ ਨਾ ਹੀ ਮੈਲ, ਮਨ ਦੀ ਮੈਲ ਉਤਾਰਨਾ ਹੀ ਰੱਬ ਜੀ ਦਾ ਮਿਲਨ ਕਹਿਲਾਂਦਾ ਹੈ। ਮਨ ਦੀ ਮੈਲ ਹੀ ਕੂੜ ਹੈ, ਇਹ ਉਤਰਦੀ ਹੈ ਅੰਦਰ ਦੇ ਵਸਦੇ ਰੱਬ ਜੀ ਦੀ ਗੱਲ ਸੁਣ ਕੇ। ਉਸ ਨੂੰ ਕਹਿੰਦੇ ਨੇ ਨਾਨਕ ਲਿਖਿਆ ਨਾਲ, ਉਸ ਨੂੰ ਸੁਣ ਕੇ ਆਪਣਾ ਮੈਲ ਨੂੰ, ਕੂੜ ਨੂੰ ਦੂਰ ਕਰਨਾ ਇਜ਼ ਕਾਲਡ ਵਨਨੈਸ ਵਿਦ ਗॉड ਐਜ਼ ਪਰ ਗੁਰਬਾਣੀ, ਇਜ਼ ਕਾਲਡ ਐਕਸਟੈਸੀ, ਇਜ਼ ਕਾਲਡ ਰੱਬ ਜੀ ਨਾਲ ਇੱਕ ਮਿਕਤਾ ਦੀ ਅਵਸਥਾ। ਮੈਂ ਆਪਣੀ ਕਿਰਤ ਕਰਕੇ ਵਿਛੜਿਆ ਹਾਂ। ਸਾਧ ਸੰਗਤ ਜੀ, ਅਸੀਂ ਸਮਝਦੇ ਹਾਂ ਰੱਬ ਨੇ ਸਾਡੇ ਮੱਥੇ ਤੇ ਲੇਖੇ ਲਿਖੇ ਹੋਏ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ, ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਿਆ ਤੇਰੇ ਸਿਰ ਰਿਹਾ, ਤੂੰ ਕਿਹੜੇ ਲੇਖੇ ਲਿਖਦਾ ਹੈ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾ ਸੇਵਾ ਔਖੀ ਹੋਈ। ਤੂੰ ਕਿਹੜੀ ਸੇਵਾ ਕਰਦਾ ਹੈ, ਤੂੰ ਕਿਹੜਾ ਫਲਸਫਾ, ਕਿਹੜਾ ਕਰਮ, ਕਿਹੜਾ ਥਾਟ ਪ੍ਰੋਸੈਸ ਕਮਾਉਂਦਾ ਹੈ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾ ਸੇਵਾ ਔਖੀ ਹੋਈ। ਨਾਨਕ सेवा करो हर गुर सफल दर्शन की, फिर लेखा मंगे ना कोई। तू सतगुर दी सेवा सीख लेना। सतगुर दी सेवा सीखण दे नाल लेखा नहीं रहिंदा। ਜਦੋਂ ਵੀ ਸਾਡੇ ਜੀਵਨ ਵਿੱਚ ਰੋਜ਼ਮर्रा ਅਸੀਂ ਵਿਕਾਰ ਦੇ ਵਸ ਪੈ ਕੇ ਕੁਝ ਵੀ ਗਲਤ ਐਕਸ਼ਨ ਕਰਦੇ ਹਾਂ, ਦੂਸਰੇ ਦੀ ਇਨਸਲਟ ਤੋਂ ਲੈ ਕੇ ਹੇਟਡ ਤੋਂ ਲੈ ਕੇ ਮੰਦੇ ਬੋਲ, ਇਹਨਾਂ ਨੂੰ ਔਖੀਆਂ ਘੜੀਆਂ ਕਹਿੰਦੇ। ਔਖੀ ਘੜੀ ਨਾ ਦੇਖਣ ਦੇਈ, ਉਚਾਰਨ ਦੇ ਹੀ ਨਹੀਂ ਕਰਾਂਗੇ, ਦੱਦੇ ਨੂੰ ਲਾਂ ਦੇ ਨਾਲ ਬਿੰਦੀ ਨਹੀਂ ਲਾਵਾਂਗੇ। ਕਹਿ ਰਹੇ ਨੇ ਮੇਰਾ ਸਾਹਿਬ ਹੈ ਨਾ, ਜਦੋਂ ਮੈਂ ਉਹਦੀ ਗੱਲ ਸੁਣਦਾ ਹਾਂ, ਮੰਨਦਾ ਹਾਂ, ਉਹ ਮੈਨੂੰ ਔਖੀ ਘੜੀ ਦੇਖਣ ਦੇਂਦਾ ਨਹੀਂ ਹੈ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲਿਆ, ਉਹਦੀ ਕੁਆਲਿਟੀ ਹੈ। ਹੱਥ ਦੇ ਰੱਖੇ ਆਪਣੇ ਕੋ, ਹੱਥ ਦੇ ਕੇ ਰੱਖਣ ਦਾ ਮਤਲਬ ਹੁੰਦਾ ਹੈ ਬਾਹੁੜਨਾ, ਬਾਂਹ ਦੇ ਕੇ ਰੱਖਣਾ। ਇਹ ਬਾਂਹ ਦੇ ਕੇ ਪ੍ਰਤੀਕ ਹੈ। ਜਿਹੜੀਆਂ ਤੁਸੀਂ ਪਲੈਂਕਸ, ਬੱਲੀਆਂ ਦੇਖੋਗੇ, ਜਾਨਵਰਾਂ ਨੂੰ ਰੋਕ ਕੇ ਰੱਖਣ ਵਾਸਤੇ ਚਾਰੋਂ ਪਾਸੇ ਬੱਲੀਆਂ ਲਾਉਂਦੇ ਨੇ, ਤਾਂ ਕਿ ਇਹ ਜਾਨਵਰ ਰਾਤੀ ਬਾਹਰ ਨਿਕਲ ਕੇ ਖੇਤੀਬਾੜੀ ਉਜਾੜ ਨਾ ਦੇਣ। ਮੇਰੇ ਜਿਹੜੇ ਮੰਦੇ ਖਿਆਲਾਂ ਦੇ, ਐਨੀਮਲ ਐਕਟ ਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਵਾਲੇ ਜਾਨਵਰ ਹਨ, ਇਹਨਾਂ ਨੂੰ ਬਾਹੁੜ ਕੇ ਮੀਨ ਸੁਮਤ ਬਖਸ਼ ਕੇ ਰੋਕ ਕੇ ਰੱਖਦੇ ਨੇ। ਇਹਨੂੰ ਕਹਿੰਦੇ ਨੇ ਹਾਥ ਦੇ ਰਾਖੇ ਆਪਣੇ ਕੋ। ਸਾਸ ਸਾਸ ਪ੍ਰਤਪਾਲੇ, ਮਨੂ ਹਰ ਪਲ ਮੇਰੀ ਪ੍ਰਤਪਾਲਨਾ ਕਰਦਾ ਹੈ।
प्रतिपालना डज नॉट मीन मैनू ऑक्सीजन देता है, प्रतिपालना डज नॉट मीन मैनू रोटी देता है, प्रतिपालना डज नॉट मीन मैनू कपड़ा और मकान देता है। प्रतिपालना मीनस मैनू जानवरों तो बचाता है, मैनू पवन रूपी गुरु की मत मिलती है, दैट इज कॉल्ड ऑक्सीजन। मेरी आत्मा नू जीवित रखण वास्ते, मेरे मन नू जीवित रखण वास्ते। प्यारी साध संगत जी, असी किरपा इस नू मनते हाँ गुरबाणी अनुसार कि मैं भांडा सीधा किया, अवगुण ठीक कीते और भांडे नू साफ किया, तां इहदे विच रब जी दी वस्त, रब जी दी सियाणफ, रब जी दी विजडम आके पै ही जाती है। शर्त इतनी ही है, भांडा सीधा कर, जे सीधा कर लिया ही ते भांडा साफ कर लै। भांडा धोए बैस धूप देवो तो दूधे को जावो, दूध करम फुन सुरत समायण होए निराश जमावो। भांडा साफ नहीं किया, जे सीधा ही उन्हें किया तां भी उन्हें वस्त नहीं पई, जे साफ नहीं किया वस्त पई, वस्त खराब हो जाएगी। मैं भांडा साफ करने को तैयार नहीं है। मैनूं एक एग्जाम्पल याद है बड़ी चंगी तरह कि गुरुद्वारियां दे विच जदों असीं जांदे हां, असीं कोशिश करते हैं कि मेरे पैर दे पसीने नाल मेरियां जुराबां गंदियां हन, इन्हां विच स्मैल है, मेरे आस पास कोई बैठेगा उसनूं स्मैल ना आ जाए। इस करके कई जगह बाहर लिखिया होंदा साध संगत जी, जोड़े तो उतार के जाते ही हो, जुराबां भी उतार के जाओ। वो कोई पवित्रता और सूच पीठ की कहानी नहीं है, सिर्फ एवे कि न्यूसेंस क्रिएट ना होवे। लेकिन एक सज्जन पहली दफा गए सन, उन्होंने फ्रेंड ने कहा जुराबां उतार के जाओ, उसने जुराबां उतार लिया। अंदर जदों गया वो कोल बैठा सी, कहता यार स्मैल हुणे भी आ रही है, कहता मैं जुराबां तो उतार आया, कहता फिर स्मैल क्यों आ रही है, कहता मेरे बोझे च जुराबां बोझे च रही, मीनस मैं अपनी बदबू के नाल ही लिया। लेकिन सतगुर की मत सुन के जे मैनू ये गल समझ आवे कि मैं अपने अवगुण दूर करने हैं तां गल बनेगी। अवगुण मैं दूर ना करा, रब जी का नाम भी लई जावां, रब जी का पाठ भी करी जावां, पाठ करना माड़ी गल नहीं, रब जी का नाम लेना माड़ी गल नहीं, अमृत वेले उठना उस तो वधिया चीज़ है। लेकिन मैनू अपनी कूड़ अपने अवगुणा ते ध्यान करना है। हुक्म रजाई चलना नानक लिखिया नाल, रब जी का सुनिया मैनू दसदा है, मेरे नाल लिखिया होया है, ਉਹਨੂੰ किरपा कहते ने। वो वाली सुमत मैनू बख्श दे, ਉਹਨੂੰ सुनन की जाच आ जाए। साध संगत जी, लेखे की गल असी आप लिखते हैं, वी राइट अवर ओन डेस्टिनी। हुण गुरु पातशाह कहते ने, बाणी राही समझा रहे ने, मेरे साहिब मेरे रब जी, मैं अपने भरमां दे कारण भुल्ली हाँ, जैसे मैं लेखे लिखे हैं, अखर लिखे, ये अखर लिखे का मतलब नहीं होता रब ने जैसे अखर लिखे ने। फिर तो जो असी गंदियां गलत करतूतां माड़ियां करतूतां करते रहते हैं, असी कहांगे रब जी ने अखर लिखे हुए ने, रब जी कृपा कर लैणगे, मिटा देंगे। मैनू धर्म सिखांदा है अपने अखर लिखने, मंदे लिखे हुए अखरां नूं मिटाना सीख। जे मैं अपने मंदे लिखे हुए अखरां नूं नहीं मिटांदा, मंदे कर्म करदा हाँ, उहनूं कहंदे ने लिखियां भुगतना। जे मैं सतगुर की गल सुन के अपने मंदे लेखे मिटांदा हाँ, उहनूं कहंदे ने लेखे मेटना। असी अपने चंगे लेखे तां लिखांगे जे मैं मंदेरे भाग वाले लेखे मिटावां। मेरे साहिबा हूँ आपे परम पुराणी अखर लिखे, जो मैं अखर लिखे ने, ਇਹਦਾ मतलब असी जो कुछ करते हाँ असी वैसे करैक्टर बन जाते हाँ। अखर लिखे सही गावां आवर ना जाना बाणी, मैनू समझ नहीं आती मैं ऐसा क्यों हाँ, क्योंकि मैं जैसे अखर लिखे ने, जैसे अखर लिखो वैसे बन जाते हाँ। इनू किरत कहते हैं। अपने कर्मा करके विछड़ी हाँ, मैं भैड़े बोल बोले, मेरी मेरे पति नाल, मेरी मेरे पत्नी नाल, मेरी मेरी सस नाल, मेरी मेरे बच्चियां नाल नहीं बनती। भैड़े बोल ही काफ़ी हन तोड़न वास्ते। भैड़े बोल भी की बिना बोलिया किसी नूं हेट्रेड लुक देनी, बॉडी की लैंगुएज किसी नूं नफरत करनी,
ਭੈੜੇ ਬੋਲ ਹੀ ਹਨ, ਕਿਰਤ ਕਮਾਵਨ ਸ਼ੁਭ ਅਸ਼ੁਭ ਕੀਨੇ ਤਿਨ ਪ੍ਰਭ ਆਪ। ਅਸੀਂ ਆਪ ਇਹ ਕਿਰਤ ਲਿਖਦੇ ਹਾਂ। ਇਹਨੂੰ ਕਹਿੰਦੇ ਨੇ ਲੇਖ ਨਾ ਮਿਟੇ ਇਹ ਸਖੀ ਜੋ ਲਿਖਿਆ ਕਰਤਾਰ। ਉੱਥੇ ਕਰਤਾਰ ਦਾ ਮਤਲਬ ਰੱਬ ਜੀ ਨਹੀਂ ਹੈ। ਕਰਤਾਰ ਮੇਰਾ ਮਨ ਜਦੋਂ ਬਣ ਜਾਂਦਾ ਹੈ, ਆਪਣੇ ਮੰਦੇ ਲੇਖੇ ਲਿਖਦਾ ਹੈ ਅਤੇ ਮੰਦੇ ਲੇਖਿਆਂ ਨੂੰ ਇੰਜੋਏ ਕਰਦਾ ਹੈ, ਇਸ ਨੂੰ ਕਹਿੰਦੇ ਨੇ ਇਹ ਲਿਖੇ ਨਹੀਂ। ਅੱਖਰ ਲਿਖੇ ਸਹੀ ਗਾਵਾਂ, ਇਹ ਮਨ ਜੈਸਾ ਸੇਵੇ ਤੈਸੋ ਹੋਏ। ਇਹ ਕੁਦਰਤ ਦਾ ਬੜਾ ਭਾਰੀ ਨਿਯਮ ਹੈ। ਮਨੁੱਖ ਜੈਸਾ ਬਚਪਨ ਤੋਂ ਥਾਟ ਪ੍ਰੋਸੈਸ ਬਣਾਉਂਦਾ ਹੈ, ਵੱਡਾ ਹੋ ਕੇ ਵੈਸਾ ਹੀ ਬਣ ਜਾਂਦਾ ਹੈ। ਇੱਕ ਮਾਂ ਦੇ ਘਰ ਬੱਚਾ ਨਹੀਂ ਹੈ, ਪਰ ਮਾਂ ਬੜੇ ਲਾਡ ਪਿਆਰ ਨਾਲ ਅਰਦਾਸਾਂ ਕਰਕੇ ਪੁੱਤਰ ਮੰਗਦੀ ਹੈ। ਪੁੱਤਰ ਹੋ ਗਿਆ, ਉਹ ਪੁੱਤਰ ਨੂੰ ਲਾਡ ਬੜਾ ਕਰਦੀ ਹੈ, ਪਿਆਰ ਬੜਾ ਕਰਦੀ ਹੈ। ਲੇਕਿਨ ਦੂਜੀ ਔਲਾਦ ਉਸ ਮਾਂ ਦੀ ਬੇਟੀ ਹੋ ਜਾਂਦੀ ਹੈ। ਮਾਂ ਨੂੰ ਅਟੈਚਮੈਂਟ ਪੁੱਤਰ ਨਾਲ ਜ਼ਿਆਦਾ ਸੀ। ਵੈਸੇ ਹੀ ਸਾਡੇ ਘਰਾਂ ਵਿੱਚ ਪੁੱਤਰ ਪੁੱਤਰ ਹਰ ਵੇਲੇ ਅਸੀਂ ਲਾਈ ਰੱਖਦੇ ਹਾਂ। ਜਦੋਂ ਮਾਂ ਨਿੱਕਾ ਬੱਚਾ ਜੋ ਬੇਟੀ ਪੈਦਾ ਹੋਈ ਹੈ ਉਸ ਨੂੰ ਹੈਂਡਲ ਕਰਨ ਵਾਸਤੇ ਸਮਾਂ ਲਗਾਉਂਦੀ ਹੈ, ਇਸ ਸੋ ਕਾਰਡ ਪੁੱਤਰ ਨੂੰ ਜਿਹੜਾ ਪਹਿਲਾਂ ਜੰਮਿਆ ਸੀ ਉਸ ਦਾ ਲਾਡ ਉਸ ਭੈਣ ਦੇ ਨਾਲ ਨਫ਼ਰਤ ਸਿਖਾਉਂਦਾ ਹੈ। ਮਾਂ ਨਹੀਂ ਚਾਹੁੰਦੀ ਹੈ ਮੇਰਾ ਪੁੱਤਰ ਮੇਰੀ ਧੀ ਨਾਲ ਨਫ਼ਰਤ ਕਰੇ। ਐਂਡ ਦਿਸ ਗੋਜ਼ ਟੂ ਸੈਂਚੁਰੀਜ਼, ਮੀਨਸ ਸਾਰੀ ਜ਼ਿੰਦਗੀ ਪਲ ਪਲ ਇਹ ਦੂਰੀ ਵੱਧਦੀ ਜਾਂਦੀ ਹੈ। ਇਸ ਕਰਕੇ ਸਿਆਣੇ ਕਹਿੰਦੇ ਨੇ ਤੁਹਾਡੇ ਘਰ ਜਦੋਂ ਕੋਈ ਬੱਚਾ ਵੱਡਾ ਹੋ ਰਿਹਾ ਔਰ ਘਰ ਨਿੱਕਾ ਬੱਚਾ ਆਇਆ, ਨਿੱਕੇ ਬੱਚੇ ਦਾ ਧਿਆਨ ਤੇ ਰੱਖੋ, ਪਰ ਵੱਡੇ ਬੱਚੇ ਦੇ ਇਮੋਸ਼ਨਸ ਦਾ ਧਿਆਨ ਰੱਖੋ। ਉਹ ਕਿਧਰੇ ਨਫ਼ਰਤ ਤਾਂ ਨਹੀਂ ਕਰ ਰਿਹਾ। ਉਹਨੂੰ ਇੰਨਾ ਕੋ ਨਾ ਤੂੰ ਪਰੇ ਹੋ ਜਾਏ, ਬੱਚਾ ਜਾਗ ਪਏਗਾ, ਚੱਲ ਇੱਧਰੋਂ ਚੱਲ, ਰੋਲਾ ਨਾ ਪਾ, ਬੱਚਾ ਜਾਗ ਪਏਗਾ। ਇਸ ਤਰ੍ਹਾਂ ਆਸਤਾ ਆਸਤਾ ਉਹਨੂੰ ਉਸ ਬੱਚੇ ਨਾਲ ਨਫ਼ਰਤ ਪੈਦਾ ਹੁੰਦੀ ਜਾਏਗੀ। ਜੈਸੇ ਜੈਸੇ ਅੱਖਰ ਅਸੀਂ ਲਿਖਦੇ ਜਾਂਦੇ ਹਾਂ ਵੈਸੇ ਵੈਸੇ ਅਸੀਂ ਵੱਡੇ ਹੋ ਕੇ ਬਣਦੇ ਜਾਂਦੇ ਹਾਂ। ਹੁਣ ਜੇਕਰ ਇਹ ਭਰਾ ਭੈਣ ਨਾਲ ਨਫ਼ਰਤ ਕਰਦਾ ਹੈ, ਇਹ ਆਪਣੀ ਭੈਣ ਨੂੰ ਵੀ ਡੋਮੀਨੇਟ ਕਰੇਗਾ, ਇਹ ਆਪਣੀ ਵਾਈਫ ਨੂੰ ਵੀ ਡੋਮੀਨੇਟ ਕਰੇਗਾ। ਇਹ ਸਭ ਜਗ੍ਹਾ ਜਿੱਥੇ ਜਾਏਗਾ ਇਸ ਤਰ੍ਹਾਂ ਜੈਸੇ ਅੱਖਰ ਲਿਖਦੇ ਹਾਂ ਵੈਸੇ ਬਣ ਜਾਂਦੇ ਹਾਂ। ਇਸ ਨੂੰ ਕਿਰਤ ਕਹਿੰਦੇ ਨੇ। ਇਹ ਕਿਰਤ ਮਿਟਾਈ ਜਾ ਸਕਦੀ ਹੈ ਵਿਜ਼ਡਮ ਦੇ ਨਾਲ। ਇਹ ਕਿਰਤ ਮਿਟਾਈ ਜਾ ਸਕਦੀ ਹੈ ਸਤਿਗੁਰ ਦੀ ਮੱਤ ਲੈ ਕੇ। ਮਸਤਕ ਭਾਗ ਮੰਦੇਰੇ ਮਿਟਾ ਕੇ ਮਸਤਕ ਭਾਗ ਚੰਗੇਰੇ ਲਿਖਣ ਦੀ ਜਾਚ, ਮਸਤਕ ਭਾਗ ਚੰਗੇਰੇ ਲਿਖਣ ਦੀ ਜਾਚ, ਮਸਤਕ ਭਾਗ ਚੰਗੇਰੇ ਲਿਖਣ ਦੇ ਕੰਮਾਂ ਨੂੰ ਕਿਰਤ ਕਹਿੰਦੇ ਹਨ। ਔਰ ਜਦੋਂ ਅਸੀਂ ਮਸਤਕ ਭਾਗ ਚੰਗੇਰੇ ਲਿਖਣ ਦੀ ਆਦਤ ਪੈ ਜਾਂਦੀ ਹੈ, ਫਿਰ ਸਹਿਜ ਸੁਭਾਏ ਸਾਡੇ ਕੋਲ ਚੰਗੇ ਕੰਮ ਹੀ ਹੁੰਦੇ ਹਨ। ਉਸ ਨੂੰ ਕਹਿੰਦੇ ਨੇ ਤੁਰ ਮਸਤਕ ਭਾਗ ਲਿਖੇਰੇ। ਜਿਨ ਮਸਤਕ ਧੁਰ ਹਰ ਲਿਖਿਆ, ਮੀਨਸ ਮੈਂ ਸਤਿਗੁਰ ਦੀ ਮੱਤ ਸੁਣੀ, ਸਤਿਗੁਰ ਦੀ ਮੱਤ ਸੁਣ ਕੇ ਮੈਂ ਆਪਣਾ ਭਾਂਡਾ ਸਾਫ਼ ਕਰਨ ਵਾਸਤੇ ਆਪਣੇ ਅਵਗੁਣ ਦੂਰ ਕੀਤੇ ਅਤੇ ਮਸਤਕ ਭਾਗ ਮੰਦੇਰੇ ਮਿਟਾ ਕੇ ਮਸਤਕ ਭਾਗ ਚੰਗੇਰੇ ਲਿਖੇ। ਹੁਣ ਕੀ ਹੋ ਗਿਆ? ਜਿਨ ਮਸਤਕ ਧੁਰ ਹਰ ਲਿਖਿਆ ਤਿਨ ਸਤਿਗੁਰ ਮਿਲਿਆ ਰਾਮ ਰਾਜੇ। ਮਸਤਕ ਭਾਗ ਚੰਗੇਰੇ ਲਿਖਣ ਦੀ ਜਾਚ ਸਿੱਖੀ ਔਰ ਉਸ ਅਨੁਸਾਰ ਜੀਵਿਆ, ਇਹਨੂੰ ਕਿਰਤ ਕਹਿੰਦੇ ਨੇ। ਜਾਚ ਜਿਹੜੀ ਸਿੱਖੀ ਉਹਨੂੰ ਨਾਮ ਕਹਿੰਦੇ ਨੇ, ਜਿਹੜੀ ਜਾਚ ਸਿੱਖੀ ਉਸ ਨੂੰ ਕਿਰਪਾ ਕਹਿੰਦੇ ਨੇ, ਉਸ ਨੂੰ ਵਿਜ਼ਡਮ ਕਹਿੰਦੇ ਨੇ, ਉਹਨੂੰ ਸਤਿਗੁਰ ਕੀ ਮੱਤ ਕਹਿੰਦੇ ਨੇ। ਮੇਰੇ ਕੋਲ ਉਹ ਨਹੀਂ ਹੈ। ਕਾਈਂਡਲੀ ਗ੍ਰਾਂਟ ਮੀ ਦੈਟ ਵਿਜ਼ਡਮ। ਤੁਹਾਡੇ ਕੋਲ ਮੈਂ ਵਿਛੜਿਆ ਹੋਇਆ, ਮੈਂ ਆਪਣੇ ਆਪ ਤੋਂ ਵਿਛੜਿਆ ਹੋਇਆ ਹਾਂ। ਜੋ ਆਪਣੇ ਆਪ ਤੋਂ ਵਿਛੜਿਆ ਉਹ ਲੋਕਾਂ ਨੂੰ ਕਹੇਗਾ, ਪਤੀ ਪਤਨੀ ਨੂੰ ਕਹੇਗਾ, ਪਤਨੀ ਪਤੀ ਨੂੰ ਕਹੇਗੀ ਮੈਂ ਸਭ ਨੂੰ ਪਿਆਰ ਕਰਦਾ ਹਾਂ, ਮੈਂ ਸਭ ਨੂੰ ਪਿਆਰ ਕਰਦੀ ਹਾਂ, ਮੈਨੂੰ ਕੋਈ ਨਹੀਂ ਪਿਆਰ ਕਰਦਾ। ਮੈਂ ਸਭ ਦੀ ਸੇਵਾ ਕਰਦਾ ਹਾਂ, ਮੇਰਾ ਕੋਈ ਧਿਆਨ ਨਹੀਂ ਰੱਖਦਾ। ਮੇਰੇ ਕੋਲ ਬੈਠੋ, ਮੇਰੇ ਨਾਲ ਗੱਲ ਕਰੋ, ਮੇਰਾ ਧਿਆਨ ਰੱਖਿਆ ਜਾਏ। ਦਿਸ ਇਜ਼ ਕਾਲਡ, ਉਹ ਆਪਣੇ ਆਪ ਤੋਂ ਅਤੇ ਰੱਬ ਜੀ ਤੋਂ ਵਿਛੜਿਆ ਹੋਇਆ ਹੈ। ਜੋ ਰੱਬ ਜੀ ਤੋਂ ਵਿਛੜਿਆ ਹੋਇਆ ਹੈ ਉਹ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ, ਇਸ ਕਰਕੇ ਉਹ ਦੂਸਰੇ ਕਿਸੇ ਨੂੰ ਪਿਆਰ ਨਹੀਂ ਕਰ ਸਕਦਾ। ਉਹ ਮੰਗੇਗਾ ਪਿਆਰ, ਉਹ ਡਿਮਾਂਡ ਕਰੇਗਾ ਪਿਆਰ ਦੀ ਔਰ ਪਿਆਰ ਦੇ ਨਾਂ ਹੇਠਾਂ ਬੰਨ ਕੇ ਰੱਖੇਗਾ, जेल खाना बना के रखेगा। स्पेस नहीं देगा, फ्रीडम नहीं देगा। आप भी बता रहेगा हम तो डूबेंगे सनम, तुम्हें भी लेके डूबेंगे। वो हमेशा ही करेगा। जे मेरा इस वेले गुरुद्वारे जाने ते दिल नहीं है, तू नहीं जा सकती। ये सब कुछ की है अपने आप को किरत कर्म के विछड़े कर कृपा मेलो राम मनु सुमत बख्शो। चार कुंट दै दिश भ्रमे था काए प्रभ की साम। मैं तुहाडे दर ते आया हाँ, प्लीज मैं अपनी सारी चतराई सियाणप कर ली। जितनी मैं चतराई सियाणप करदा मेरा मत्था कुटिया जाता है, मेरा बीपी हाई हो जाता है, मेरी हैप्पीनेस पता नहीं कित्थे चली जाती है। मेरे चेहरे ते पहली तरीक के बदले 31 तरीक छा जाती है। असी बार बार ईडीएम वरतते हाँ। इंडिया विच जदों हुंदे सी तनख्वाह मिलती सी
पहली तरीक साडा चेहरा साडियां वाछां खिड़ जांदियां सी, लेकिन 25-26 तरीक तक तनख्वाह खत्म हो जाती सी, बोझे खाली हो जाते सी, चाह पीण जोगे भी पैसे नहीं सी होंदे, फ्रूट की लैना है तो रोटी की खानी है तो बस से की जाना है। असी फक्कड़ फक्कड़ जींदे सी। आखिरी 4 दिन बड़े औखे लंघदे सन। उस वेले चेहरा डाउन हो जाता सी, भवां थल्ले टै पैंदियां सी, मूँह ढल जाता सी, उदास उदास नज़र आंदा सी। उसका असी ईडियम बना लिया, उदास उदास रहना मीनस मूँह ते 31 तरीक क्यों छाई हुई है, तनख्वाह मिल गई अज पहली, अज खिड़िया होया है। साध संगत जी, जदों मेरे फेस ते 31 तरीक छाई हुई है ना, भावें वो दुनियावी कैलेंडर ते पहली होवे, भावें मैनू तनख्वाह भी मिल गई, मैं आत्मक तौर ते डाउन हाँ। जे मैं दिनों दिन आत्मक तौर ते डाउन हो रहा हाँ, मैं स्टिफ होंदा जावांगा, मैं सख्त होंदा जावांगा, मैं उदास होंदा जावांगा, मैं अपने आप तो दूर होंदा जावांगा, मैं सब्जेक्ट टू अदर्स सोचांगा, मैं अनहैप्पी हाँ, मेरा नानक भगतां सदा विकास खो जाएगा। मैनू कहंदे ने गुरु पातशाह, तू अपना ना फेस ठीक कर, दुर्लभ दे सवार, वरना की होएगा, जाए ना दरगाह हार। तेनू दरगाह च नहीं हारना, दरगाह अज है, तेनू दरगाह च नहीं हारना, अपनी देह सवार। दे मीनस नॉट दिस बॉडी, इस बॉडी नू तो लोग ब्यूटी पार्लर सवारते हैं, पर सतगुर दे ब्यूटी पार्लर सवार, उन्होंने इनर ब्यूटी कहते हैं। ये मन सुंदर अपना हर नाम मजीठे रंगरी बना सिख, पर मैं सिखदा नहीं हाँ। जितनी साडी उम्र वधदी है असी सोचते हैं मैनू अकल ज्यादा आ गई, जितनी साडी उम्र वधदी है असी सोचते हैं मैं ज्यादा पढ़ गया, मेरे को डिग्रियां ज्यादा आ गई, जितनी साडी उम्र वधदी है असी सोचते हैं मैं ज्यादा धर्मी हो गया, अजकल के बच्चे भटक गए ने, उतनी साडी हंकार वधदा जाता है, पर इहदे नाल साडी करूपता वधदी जाती है। एक करूपता की है, 4 कुंट दैदिस प्रमे, मैं बड़ियां चितराई सियाणपा कीतियां, बट अल्टीमेटली मेरे पल्ले की पिया, अनहैप्पीनैस, डिसहारमनी। मनु ये देह सवारनी है, सवारांगा मन सुंदर हो जाएगा। मेरे प्यारे, मेरे बिलवड, मेरे शौ, मेरे प्रीतम, मेरे शाह बैराम, मेरे इनर गॉड नाल मेरा मिलाप हो जाएगा। जिन्हां दे ये नहीं ठीक होंदे ना, उन्होंने पता की कहते ने, हर के नाम सुंदर है नकटी। किसी भी सुंदर तो सुंदर स्त्री का जे नक कट्टिया होए, सुंदर तो सुंदर इंसान का नक कट्टिया होए, वो करूप कहलाता है। मेरा ना ये नक फिक्स कर दियो, मन दा नक। मेरिया अखां फिक्स कर दियो, मन दियां अखां। मेरे हाथ फिक्स कर दियो, कोमल कर दियो, मेरे नाल किसी का बिगाड़ ना करया करा, मन दे हाथ। ये जिहड़े मन दियां अखां, हाथ, नक, कान होंदे ने, ये सतगुर दे पार्लर विच फिक्सअप कीते जांदे ने, और इन्हां नूं कहंदे ने दुर्लभ दे सवार। इस काज नूं करना है, दिस इज कार्ड किरत। किरत मैं ठीक नहीं की सी, किरत कर्म के बिछड़े, कर कृपा मेलो राम, मैं दुनिया भर दे सारे काम कीते। सो असी कल इत्थे अपने टॉपिक नूं लैंड कीता सी, क्या तुद कर्म कमाया, क्या तुद कर्म कमाया, क्या तुद कर्म कमाया, क्या तुद कर्म कमाया। ए शरीरा इस जग में आ क्या तुद कर्म कमाया, क्या तुद कर्म कमाया, जिन हार तेरा रचन रचया, सो हर मन ना वसाया, सो हर मन
ਵਸਿਆ ਪੂਰਬ ਲਿਖਿਆ ਪਾਇਆ ਪੂਰਬ ਲਿਖਿਆ ਪਾਇਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਏ ਸ਼ਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ ਸਤਿਗੁਰ ਸਿਓ ਚਿਤ ਲਾਇਆ क्या तुत कर्म कमाया क्या तुत कर्म कमाया। हुण मैनूं पुछया जा रहा है तू केड़ा कर्म कमाया है? जो कर्म कमाया मीनस जो सुभाव कमाया ओनू किरत कहंदे ने। मैं चंगा सुभाव नहीं कमाया। चंगा जो सुभाव नहीं असी कमाते हैं साडा बिहेवियर गलत हो जाता है। सबके जीवित को व्यवहार अदरवाइज असी डेड बॉडी वाला व्यवहार एक दूजे नाल करते हैं। ईगो दा आकड़ दा हंकार रहन दा मुर्दा आकड़ा होता है इंसान नहीं। पर जे असी इंसान समझते हैं अपने आप को और मुर्दियां वांगू आकड़े रहिए ये मेरी फितरत ये मैं कमाया इंज ही है। माफ़ी मैं नहीं देनी मैं कमाया है। मिठा मैं नहीं बोलना मैं ये कमाया है। मैं किसी दे नाल भी तेर मेर दी दूरी बनाई रखनी है मैं ये कमाया है। ए जेड़े अवगुण कमाते हैं इन्हों काचा धन कहते ने। काचा धन संचय मूर्ख गवार। वो इंसान मूर्ख है भावें पढ़िया लिखिया होवे। पढ़िया मूर्ख आखिए जिस लभ लोभ हंकार जिहड़ा लोभी होएगा हंकारी होएगा लभ होएगा जिसनों वो इंसान अवगुण कमाएगा। काचा धन संचय मूर्ख गवार। पर साचा धन गुरमति पाए कह नानक ये शरीर प्रवान हुआ। असी संग समझते सी मरण तो बाद दरगाह जांदे ते प्रवान होंदे हां। जींदे जी जिन सतगुर सो चित लाया जो सतगुर दी गल सुनदा है और कर्म कमांदा है। इस शब्द ही चाहता है गुरप्रसादी हरमन वसिया पूर्व लिखिया पाया। पूर्व लिखिया की होंदा है जो दसिया उसनू जी लिया। पूरब लिखिया पाया ये गुरबाणी दे अर्थ ने मेरे नहीं ने। गुरु पातशाह कहते ने दिन रात कमाएड़ो सो आयो माथा। जो तू दिन रात बचपन तो कमाया है वो तेरे मत्थे ते आ गया। मीन्स तेरा वो थॉट प्रोसेस बन गया। दैट्स हाउ योर मत वर्क्स। दैट्स हाउ योर बुद्धि अक्ल वर्क्स। दैट्स हाउ योर ब्रेन वर्क्स। इफ योर ब्रेन इज ट्यून्ड टू प्ले द ट्रिकी ट्रिक्स ट्रिकी डर्टी डिसीटफुल गेम्स खेडन दा तेरा ब्रेन बन गया ना ए तेरे मत्थे लिखे भाग तू लिखे ने। इनू किरत कहते हैं। ते जे अवगुण कमाए ने अवगुणा दे लेखे लिखे ने इस किरत दे कारण मैं बिछड़ गया। 4 पुंट दै दिस प्रमे थक आए प्रभ की साम। हुण इस शब्द विच ना अगे अंदर दी गल चलती है बाहर दे प्रतीक दे के। तेन दुधै ते बाहरी किते ना आवे काम। जिवें गां दुध दिते बगैर किसी काम दी नहीं होंदी। तेन दुधै ते बाहरी मेरी जिहड़ी मत है इनू गां कहंदे ने गुरबाणी विच। जेकर ये विजडम दा दुध मेरे मन नू नहीं पिलांदी है ते मत किसी काम दी नहीं। दिस इज कॉल्ड कुमत। दिस इज कॉल्ड बछड़े बिन गाय अकेली। पर जे मैं दुध वाली गां मंगदा उन्होंने कहते हैं गऊ भैंस मांगो लावेरी। लावेरी होती है जो दुध देती है। पर जिसकी गां मरी होवे ओदी मत मरी होती है। इस करके साडी ना एक पुस्तक तुहानू बाहर मिलेगी जीवन जाच दा खजाना वॉल्यूम 1 ਉਹਦਾ लास्ट 16वां शब्द ਅਸੀਂ डिस्कस ਕੀਤਾ मुई गऊ देव जीवाए बिस्मिल गऊ देव जीवाए। उस शब्द के अंदर सारी गल की गई है कि अपनी मोई हुई गां नूं किवें जिवांदे ने ते किवें गऊ दुहाई बछड़ा मेल होंदा है किवें साडी मत दुध दिंदी है। दुध मीनस विजडम। विजडम मीनस अमृत। एक एक इंद्रे ज्ञान इंद्रे नूं वंडदी है। जे मेरी मत दुध नहीं दिंदी ए किसी काम दी नहीं।
ਤੇ ਮਤ ਮੇਰੇ ਕੋਲ ਵੈਸੇ ਕੰਮ ਕਰਾਉਂਦੀ ਹੈ। ਮੇਰੀ ਮਤ ਬਿਲੋਂਗਸ ਟੂ ਮਾਈ ਮਨ। ਇਹ ਗੱਲ ਮੈਂ ਬਾਰ-ਬਾਰ ਸਾਂਝ ਕਰਦਾ ਸਾਧ ਸੰਗਤ ਜੀ, ਇੰਗਲਿਸ਼ ਵਿੱਚ ਟ੍ਰਾਂਸਲੇਸ਼ਨਸ ਕਈ ਨਹੀਂ ਹੋ ਸਕਦੀਆਂ। ਸਾਰੀ ਦੁਨੀਆ ਨੇ ਮਨ ਦਾ ਮੈਨਾ ਕੀਤਾ ਹੋਇਆ ਮਾਈਂਡ। ਬਟ ਜੇ ਮੈਂ ਕਹਾਂ ਇਹ ਕਮੀਜ਼ ਭੁਪਿੰਦਰ ਸਿੰਘ ਦੀ, ਇਹਦਾ ਮਤਲਬ ਕਮੀਜ਼ ਹੈ, ਬਟ ਦਿਸ ਕਮੀਜ਼ ਬਿਲੋਂਗਸ ਟੂ ਭੁਪਿੰਦਰ ਸਿੰਘ। ਇੰਜ ਜੇ ਮੈਂ ਕਹਾਂ ਮਨ ਕੀ ਮਤ, ਇਹਦਾ ਮਤਲਬ ਮਤ ਹੈ, ਲੇਕਿਨ ਕਿਹਦੀ ਮਤ ਹੈ? ਮਨ ਕੀ। ਇਹਦਾ ਮਤਲਬ ਮਨ ਕਮਸ ਫਸਟ, ਮਤ ਕਮਸ ਲੇਟਰ। ਮਤ ਇਜ਼ ਮਾइंड बट इट इज सब्जेक्ट टू मन। ये सारी साइकी गुरु साहब ने सारी दुनिया सामने खोल के गुरु नानक साहब ने रखी कि ब्रेन वर्क्स अकॉर्डिंग टू मन। मन जैसे लेखे लिखदा है वैसी मत कोलों किरत करांदा है। साध संगत जी, साडे ब्रेन कोल ये ते ताकत है कि मेरिया अखां नूं, मेरे अख नक कान, मेरे इंद्रिय ज्ञान इंद्रिय मेरी बॉडी कोलों ऑर्डर दे के वाले काम कराए। पर यह अकल नहीं है कि केड़े काम चंगे हैं ते केड़े मंदे हैं। That belongs to Satgur, and once Satgur gives mat to my man, then my man will order to my brain के शराब छड़ दे। My man will order to my brain, चल आ गुरुद्वारे चल। मन विल ऑर्डर टू कान, ए श्रवणो मेरे साचा सुनने नो पठाए। मन विल ऑर्डर टू ईयर्स, ए नेत्रो मेरे और तुम्हें जो तरी हर भी नवर ना देखो कोई। पर जे ये ऑर्डर सुनने नहीं आते, मीनस मैं रब जी नाल दूरी पाई हुई है और मैं सतगुर की गल नहीं मन रहा। ए मेरे पूर्वले कर्म बन गए, गुरप्रसादी हरमन वसिया पूर्व लिखिया पाया। असी जे चंगे गुण प्राप्त करने हैं, चंगे गुणों उत्ते मेहनत करते हाँ, इसनूं गुरबाणी अनुसार किरत कहते ने। मेरी धेन मत ने दुध देना शुरू कर दिता, जल बिन शाख कुमलावती। जे मेरे को संतोख का जल नहीं है ना, तो मेरे जिहड़े इंद्रिय ज्ञान इंद्रिय ने और जिहड़े मेरे हाथ पैर ने ना, इन्हां नूं शाख कहंदे ने। वैसाख भला शाखा वेस करे। जिस तरह सारी बनस्पति दे उत्ते स्प्रिंग्स दे बसंत दे सीजन विच नवां वेस धारण किया जाता है, सारियां टाणियां हरियां भरियां हो जांदियां, नवे पत्ते आ जाते हैं। इस तरह मेरा जीवन रूपी वैसाख जदों भला हो जाता है, मेरे सारे नवा वेस धार लैंदे ने। यह बाहरले वेस की गल नहीं चल रही, दे आर ट्रांसफॉर्म्ड। वैसाख भला शाखा वेस करे। वो कहते ने जल बिन शाख कुमलावती, मेरे सारे अंग खराब हो गए ने। उपजे नाही दाम, आई एम गुड फॉर नथिंग। नरू मरे नर काम ना आवे, पशु मरे दस का सवार है। मैं अपने अंदरों इंसानियत मार ली है, इंसानियत मार ली, मैं पशुता वाले, मैं डेविल वाले एक्शंस करदा हाँ, मेरे सारे अंग खराब हो गए, एज इफ मैं राक्षस हाँ। जल बिन शाख कुमलावती, उपजे नाही दाम, हर नाह ना मिलिए साजन कत पाइए विश्राम। ते जे मैं ए सारे काम करा, इन्हां नाल मैं डिस्टर्ब्ड रवां, अनहैप्पी रवां, सो लामे दिने के राती मिलन सहंस। और मैं फरीदा राती वड्डियां धुख धुख उठन पास वाला मेरा जीवन बनया रहे। मैं दिन रात अपसैट रवां, सवेरे मैं उठा तो अपसैट उठा, सारा दिन मैं जिथे जावां मैं दुखी दुखी रवां, और राती मैं समा तो दुखी रवां। मेरे ऑर्डर मुताबिक सारी दुनिया चले तो मैं अपसैट हाँ। मैं अंदर दे नाह प्यारे प्रीतम नूं नहीं मिलिया, हर नाह ना मिलिए साजने कत पाइए विश्राम, मैं हूं अपसैट हाँ। सुखमनी साहब, सारे सुखमनी साहब का मतलब असी समझ लेंदे हां, ये मैं करांगा मनु फरारी मिल जाएगी, घर पुत्र हो जाएगा और मेरा बिजनेस चल पेगा, नौकरी मिल जाएगी, फॉरन का वीज़ा मिल जाएगा। आस्ट्रेलिया विच कहेंगे जी मनु रेजिडेंसी मिल जाएगी, पर रेजिडेंट परमिट मिल जाएगा, समथिंग समथिंग। विश्राम का मैना सुखमनी साहब चों सानू रहाव मिलता है। सुखमनी सुख अमृत प्रभ नाम, भगत जना कै मन विश्राम। भगत का मतलब होता है जेड़ा मन सतगुर की मत का दुध लैके अपने एक एक इंद्रिय ज्ञान इंद्रिय नूं वंडदा है, इसनूं भगत अवस्था कहते हैं। जिवें हार्ट सारे रोम रोम तक ब्लड पहुँचाता है, इस तरह मन रोम रोम तक विजडम रूपी दुध अमृत पहुँचाता है, उस अवस्था नूं भगत कहते हैं। तो जदों सतगुर की मत लैंदा है, रब जी के नाम वाले गुणों नाल जुड़दा है, सुखमनी सुख अमृत प्रभ नाम भगत जना कै
ਮਨ ਵਿਸ਼ਰਾਮ, ਤਾਂ ਚੈਨ ਆਂਦਾ ਹੈ, ਤਾਂ ਸੁਖੀ ਹੁੰਦਾ ਹੈ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਹੁਣ ਜਿਹੜਾ ਆਪਣੇ ਅੰਦਰ ਦੇ ਰੱਬ ਜੀ ਨੂੰ ਮਿਲਿਆ ਹੀ ਨਹੀਂ ਹੈ, ਉਹਨੂੰ ਕੀ ਕਹਿੰਦੇ ਨੇ? ਇੱਕ ਸ਼ਬਦ ਅਸੀਂ ਪੜ੍ਹਦੇ ਹੁੰਦੇ ਹਾਂ, ਉਜਲ ਕਹਿਆ ਚਿਲਕਣਾ ਕੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ ਜੇ ਸੋ ਧੁਆਂ ਤਿਸ, ਸੱਜਣ ਸੇ ਹੀ ਨਾਲ ਮੈਂ ਚਲਦਿਆਂ ਨਾਲ ਚਲਨ। ਮੈਂ ਜੈਸੇ ਗੁਣ ਕਮਾਏ ਨੇ ਉਹ ਸਭ ਜਗ੍ਹਾ ਮੇਰੇ ਨਾਲ ਚੱਲਦੇ ਨੇ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਉਹਦੇ ਚ ਅੱਗੇ ਆਂਦਾ, ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਢੱਠੀਆਂ ਕੰਮ ਨਾਮ ਨਹੀਂ ਰਹਿਣ ਸਖਣੀਆਂ। ਜਿਹੜਾ ਸੁੰਦਰ ਘਰ ਬਣਿਆ ਹੋਵੇ, ਬੜਾ ਸੋਹਣਾ ਸਜਾਇਆ ਹੋਵੇ, ਬੜੇ ਸਿਰੈਮਿਕਸ ਔਰ ਬੜੇ ਪਰਲਸ ਔਰ ਦੀਵਾਰਾਂ ਤੇ ਬੜੇ ਚੰਦਨ ਦੇ ਲੇਪ ਲੱਗੇ ਹੋਣ, ਪਰ ਉਹਦੇ ਚ ਕੋਈ ਨਾ ਰਹਿੰਦਾ ਹੋਵੇ, ਢੱਠੀਆਂ ਕੰਮ ਨਾਮ ਨਹੀਂ। ਐਜ਼ ਇਫ ਖੰਡਰ ਨੇ ਇਹ ਅੰਪਾਇਰ ਬੇਕਾਰ ਹੈ, ਰਹਿਣ ਯੋਗ ਨਹੀਂ ਹੈ, ਕਿਉਂਕਿ ਇਹਦਾ ਮਾਲਕ ਵਿੱਚ ਨਹੀਂ ਰਹਿੰਦਾ। ਜੇ ਮੇਰਾ ਮਨ ਮਾਲਕ ਵਿੱਚ ਨਹੀਂ ਰਹਿੰਦਾ, ਮੇਰੇ ਮਨ ਦੇ ਕਾਰਨ ਮੇਰਾ ਬਣਿਆ ਹੋਇਆ ਸਾਰਾ ਸਰੀਰ ਥਾਟ ਪ੍ਰੋਸੈਸ ਨੂੰ ਗਾਉਂ ਕਹਿੰਦੇ ਨੇ, ਨਗਰ ਕਹਿੰਦੇ ਨੇ, ਭੱਠ ਕਹਿੰਦੇ ਨੇ। पर जे ठीक नहीं है तो गुरु साहब कहे बाबा अपना वसो ये गाँव, ये गाँव नहीं बस सकता, करी करी का लेखा मंगा का चाहिए तू ना हो, तेनू आके विकार सतान गए थे, टैक्स तेरे को मंगन गए और टैक्स तेरा वधा जाएगा। कबीर टाले टोले दिन गया, कबीर टाले टोले दिन गया, ब्याज बढ़न तो जाए, ब्याज बढ़न तो जाए, ना हर पचयो ना हथ फट्यो, ना हर पचयो ना हथ फट्यो, काल पहुँच्यो आए, कबीर टाले टोले दिन गया, ब्याज बढ़न तो जाए। तू सच नूं टालदा है, तेरा व्याज वधदा जाएगा। कोई ऐसा काम कर तेरे विकार ना वधन, विकारां दा व्याज ना वधे। साध संगत जी मेरा समा हो गया ते पर कंक्लूड असीं इत्थे करांगे, मनु ਉਹ ਵਾਲੀ ਕਿਰਤ ਕਰਨੀ ਹੈ ਜਿਹਦੇ ਨਾਲ ਮੇਰੇ ਵਿਆਜ ਵਿਕਾਰਾਂ ਦੇ ਨਾ ਵਧਣ, ਮੇਰੀਆਂ ਬੈਡ ਹੈਬਿਟਸ ਨਾ ਵਧਣ, ਮੇਰਾ ਰੱਬ ਜੀ ਨਾਲ ਮਿਲਨ ਹੋ ਜਾਏਗਾ।